ਹੈਲੋ एवरीवन ਵੈਲਕਮ ਟੂ ਅਭੀਪੀਡੀਆ। ਮੈਂ ਹਾਂ ਗਗਨਦੀਪ ਸ਼ਰਮਾ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਨਾਇਬ ਤਹਿਸੀਲਦਾਰ ਦੇ ਪੇਪਰ ਦੇ ਵਿੱਚ ਆਉਣ ਵਾਲੇ ਕਰੰਟ ਅਫੇਅਰ ਦੇ ਕੁਐਸਚਨਸ। ਲਾਸਟ ਟਾਈਮ ਆਪਾਂ ਡਿਸਕਸ ਕੀਤਾ ਸੀਗੇ ਹਿਸਟਰੀ ਦੇ ਕੁਐਸਚਨਸ ਤੇ ਪੋਲਿਟੀ ਦੇ ਕੁਐਸਚਨਸ। ਇਸ ਵੀਡੀਓ ਦੇ ਵਿੱਚ ਆਪਾਂ ਕਵਰ ਅਪ ਕਰਾਂਗੇ ਕਰੰਟ ਅਫੇਅਰਸ ਦੇ ਕੁਐਸਚਨ ਤੇ ਨਾਲ ਥੋੜਾ ਬਹੁਤ ਮੈਂ ਦੱਸਦਾ ਵੀ ਰਹੂੰਗਾ ਕਿ ਕਰੰਟ ਅਫੇਅਰਸ ਦੀ ਪ੍ਰੈਪਰੇਸ਼ਨ ਜਿਹੜੀ ਉਹ ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂ। सब तो पहला जोड़ा क्वेश्चन है वो है ई श्रम पोर्टल नूं लैके। ई श्रम पोर्टल के बारे इन्होंने क्वेश्चन पूछा होया तो देखो अच्छा एग्जाम्स दे विच ज़्यादा जिहड़ी चीज़ां ने वो मतलब वो एग्जामिनर की सोच के जिहड़ा क्वेश्चन है वो बनाउंदा है उहदे विच ना ज़्यादातर जिहड़े चेंजिस ने वो फैक्ट्स के उत्ते कीते जांदे आ। ठीक है, एक मैं लास्ट टाइम दस्सिया सी कि ओनली या एक्सट्रीम स्टेटमेंट्स जिहड़ियां होणगियां है ना उन्हां दे उत्ते आपां थोड़ा फोकस रखना एग्जाम दे विच ਤੇ ਇੱਕ ਫੈਕਟਸ ਦੇ ਉੱਤੇ, ਕਿਉਂਕਿ ਪੇਪਰ ਦੇ ਵਿੱਚ ਜ਼ਿਆਦਾਤਰ ਜੋ ਫੈਕਟਸ ਦਿੱਤੇ ਹੁੰਦੇ ਆ ਉਹ ਗਲਤ ਹੁੰਦੇ ਆ। ਠੀਕ ਹੈ, ਇੱਥੇ ਆਪਾਂ ਦੇਖਦੇ ਹਾਂ ਇਟ ਵਾਸ ਲਾਂਚ ਸ਼ਰਮ ਪੋਰਟਲ ਮਤਲਬ ਕਿ ਲੇਬਰ ਦੇ ਨਾਲ ਰਿਲੇਟਡ ਹੋਏਗਾ। ਸ਼ਰਮ ਪੋਰਟਲ ਲੇਬਰ ਮਿਨਿਸਟਰੀ। ਠੀਕ ਹੈ, all registered workers shall be issued a e-shram card with universal account number to avail benefits। ਇਹ ਵੀ ਠੀਕ ਹੈ। ਤੇ provision of accidental cover of 5 lakh in case of death or permanent disability and 2 lakh in case of partial disability। ਇੱਥੇ ਦੇਖੋ ਫੈਕਟਸ ਦੇ ਨਾਲ ਐਗਜ਼ਾਮੀਨਰ ਨੇ ਫੇਰ ਖੇਲੇ ਆ 5 ਲੱਖ ਤੇ 2 ਲੱਖ। ਐਕਚੁਅਲ ਕਿੰਨੀ ਹੈ 2 ਲੱਖ ਡੈਥ ਦੇ ਉੱਤੇ ਮਿਲੇਗਾ ਅਤੇ ਪਾਰਸ਼ਲ ਡਿਸੇਬਿਲਿਟੀ ਤੇ 1 ਲੱਖ ਮਿਲੇਗਾ। ਤੇ ਇੱਥੇ ਆਪਾਂ ਈਜ਼ੀਲੀ ਵੈਸੇ ਐਲੀਮੀਨੇਟ ਕਰ ਸਕਦੇ ਸੀਗੇ ਅਗਰ ਆਪਾਂ ਪੜ੍ਹਿਆ ਹੋਇਆ ਹੁੰਦਾ, ਜਾਂ ਵੈਸੇ ਵੀ ਕਈ ਵਾਰ ਅਗਰ ਆਪਾਂ ਤੁੱਕਾ ਵੀ ਮਾਰਨਾ ਤਾਂ ਇਸ ਚੀਜ਼ ਤੇ ਆਪਾਂ ਤੁੱਕਾ ਮਾਰਨਾ ਐਗਜ਼ਾਮ ਦੇ ਵਿੱਚ ਕਿ ਫੈਕਟਸ ਜਿਹੜੇ ਆ ਉਹ ਜ਼ਿਆਦਾ ਟਾਈਮ ਮਤਲਬ ਕਿ ਜ਼ਿਆਦਾਤਰ ਗਲਤ ਹੁੰਦੇ ਆ। ਠੀਕ ਹੈ, ਤਾਂ ਇਹਦਾ ਆਨਸਰ ਕੀ ਹੈ A 1 and 2 ਓਨਲੀ। ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ। ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ ਕੀ ਹੈ? ਯੂਨਾਈਟਿਡ ਨੇਸ਼ਨਸ ਇੰਡਸਟਰੀਅਲ ਡਿਵੈਲਪਮੈਂਟ ਆਰਗੇਨਾਈਜੇਸ਼ਨ defines it as a management concept whereby countries integrate social and environmental concerns in their business operations and interactions with their stakeholders। ठीक है, कि कंपनीज ਜਿਹੜੀਆਂ ਨੇ ਪ੍ਰਾਈਵੇਟ ਕੰਪਨੀਜ਼ ਉਹ ਆਪਣੇ ਪ੍ਰੋਫਿਟਸ ਬਣਾਉਣ ਦੇ ਨਾਲ ਸੋਸ਼ਲ ਦੇ ਕੁਝ এনवायरमेंटल ਰਿਸਪੌਂਸਿਬਿਲਿਟੀਜ਼ ਨੇ ਜਿਹੜੀਆਂ ਉਹ ਵੀ ਚੱਕਣ। ਠੀਕ ਹੈ, ਤੇ ਇਹ ਵੀ ਠੀਕ ਹੈ। ਉਸ ਤੋਂ ਬਾਅਦ ਇਟ ਇਜ਼ ਐਸੈਂਸ਼ੀਅਲੀ ਅ ਵੇ ਆਫ ਗਿਵਿੰਗ ਬੈਕ ਟੂ ਦ ਸੋਸਾਇਟੀ, ਕਿਉਂਕਿ ਦੇਖੋ ਪ੍ਰੋਫਿਟਸ ਕਿਸ ਤੋਂ ਬਣਾ ਰਹੀਆਂ ਨੇ ਕੰਪਨੀਜ਼? ਲੋਕਾਂ ਤੋਂ, ਸੋਸਾਇਟੀ ਤੋਂ, ਹੈ ਨਾ। ਤੇ ਕਈ ਵਾਰ ਉਹਦੇ ਵਿੱਚ এনवायरमेंट ਵੀ ਹਰਟ ਹੋ ਜਾਂਦਾ ਤਾਂ ਗਿਵਿੰਗ ਬੈਕ ਟੂ ਦ ਸੋਸਾਇਟੀ। ਠੀਕ ਹੈ, ਇਹ ਵੀ ਕੰਪਨੀਜ਼ ਐਕਟ 2013 ਮੇਡ ਦਾ CSR ਮੈਂਡੇਟਰੀ। ਕਲੀਅਰ ਹੈ, ਠੀਕ ਹੈ, ਮੈਂਡੇਟਰੀ ਕੀਤਾ ਹੋਇਆ ਕੰਪਨੀਜ਼ ਐਕਟ ਨੇ। ਸੈਕਸ਼ਨ 135 ਆਫ ਦ ਕੰਪਨੀ ਐਕਟ ਮੈਂਸ਼ਨਸ ਐਵਰੀ ਫਿਰ ਤੋਂ ਉਹੀ ਚੀਜ਼ Act mention every company having net worth of 1000 crores or more or turnover of 2000 crores or more or a net profit of 5 crore or more during any financial will have to spend in every financial year at least 2% of the average net profits of the company made during 3 immediately preceding years on activities defined under CSR। चलो ये तो ठीक है, बट इत्थे की है नैटवर्थ जिथे है नैटवर्थ 1000 ਕਰੋੜ ਦਾ ਹੋਏਗਾ ਤੇ ਟਰਨਓਵਰ 2000 ਕਰੋੜ ਦਾ ਕਿਵੇਂ? ਤਾਂ ਇਹ ਓਬਵੀਅਸਲੀ ਘੱਟ ਹੋਊਗਾ। ਤੇ ਇੱਥੇ ਵੀ ਆਪਾਂ ਮਤਲਬ ਕਿ ਸਮਾਰਟ ਵਰਕ ਜਿਹੜਾ ਉਹ ਕਰ ਸਕਦੇ ਸੀਗੇ, ਹੈ ਨਾ, ਐਲੀਮੀਨੇਸ਼ਨ ਟੈਕਨੀਕ ਦੇ ਨਾਲ। ਤਾਂ ਇੱਥੇ 500 ਕਰੋੜ ਹੈ ਟਰਨਓਵਰ, ਜਾਂ ਤਾਂ ਨੈਟਵਰਥ ਜਿਹੜਾ ਉਹ 1000 ਕਰੋੜ ਦਾ ਹੋਵੇ, ਟਰਨਓਵਰ ਜਿਹੜਾ 500 ਕਰੋੜ ਦਾ ਹੋਵੇ, ਜਾਂ ਫਿਰ ਕੰਪਨੀ ਨੇ 5 ਕਰੋੜ ਤੋਂ ਜ਼ਿਆਦਾ ਪ੍ਰੋਫਿਟ ਹੈ ਜਿਹੜਾ ਉਹ ਬਣਾਇਆ ਹੋਵੇ, ਉਹ ਕੰਪਨੀ ਜਿਹੜੀ ਹੈ CSR ਉਹਦੇ ਲਈ ਮੈਂਡੇਟਰੀ ਹੈ। ਠੀਕ ਹੈ, ਤਾਂ ਇੱਥੇ ਆਨਸਰ ਕੀ ਹੈ A 1 2 3 4th ਫਿਰ ਤੋਂ ਰੋਂਗ। ਫੈਕਚੁਅਲ ਹੈ, ਦੇਖ ਲਓ। ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਆਰ ਕਰੈਕਟ ਫॉर ਹੌਟੀਨੈਟ। ਅੱਛਾ, ਹੌਟੀਨੈਟ ਇੱਕ ਬਣਾਇਆ ਗਿਆ ਸੀਗਾ ਹੌਰਟੀਕਲਚਰਲ ਆਈਟਮਸ ਦੇ ਲਈ। ਠੀਕ ਹੈ, ਇੱਕ ਪੋਰਟਲ ਬਣਾਇਆ ਗਿਆ ਸੀ। ਇਟ ਹੈਜ਼ ਬੀਨ ਡਿਵੈਲਪਡ ਬਾਈ APEDA। ਠੀਕ ਹੈ, it is an integrated traceability system that provides internet based services to the stakeholder for exporting। ठीक है, it captures the geolocation of the farms through the mobile app। ठीक है ना। तो samples are collected by private lab agencies। देखो गवर्नमेंट पोर्टल बनाओगी तो प्राइवेट एजेंसीज क्यों कलैक्ट करनी है? ये भी कौन कलैक्ट करूगा? APEDA। ठीक है जी। तो ये भी हुण आपां इत्थे देखो की कर सकदे सीगे
3 ਸਟੇਟਮੈਂਟਸ ਨੂੰ ਰੋਂਗ ਕਰ ਸਕਦੇ ਸੀਗੇ ਸਿਰਫ ਇਸ ਦੇ ਬੇਸਿਸ ਤੇ ਹੀ, ठीक है। एलिमिनेशन टेक्निक लगा के प्राइवेट लैब एजेंसीज गवर्नमेंट ने बनाया, प्राइवेट क्यों करेगा, क्लियर है। नेक्स्ट साइबर स्वच्छता केंद्र के बारे पूछा होया है, इट कम्स अंडर मिनिस्ट्री ऑफ इनफॉर्मेशन एंड ब्रॉडकास्टिंग, नहीं जी इनफॉर्मेशन एंड ब्रॉडकास्टिंग नहीं, ऐदा के जोड़े साइबर वाले कोई भी मतलब कि इनिशिएटिव्स होणगे वो कौन देखेगा, मीटी, ठीक है, मीटी देखेगी। इट कम्स अंडर द मिनिस्ट्री ऑफ इलैक्ट्रॉनिक्स एंड मीटी, ठीक है, या तो ये हो सकता या ये हो सकता। हुण देखो 1 ते सैकेंड कदे भी इकट्ठे नहीं आउणगे, ठीक है, किसी भी ऑप्शन दे विच नहीं है। फर्स्ट रॉन्ग है, 2 ऑप्शन एलिमिनेट हो गए, सैकेंड सही है, थर्ड भी सही है। आप इत्थों अंदाज़ा लगा लिया कि हाँ इट इज़ बॉटनेट क्लीनिंग एंड मालवेयर एनालिसिस सेंटर, इट इज़ ऑपरेटेड बाय सीडैक, सीडैक, सीडैक नहीं है, सर्टिन है, सर्टिन, ठीक है। मीटी की जिहड़ी एक एजेंसी है सर्ट इन, वो सारा कुछ देखती है साइबर के रिलेटेड, साइबर क्राइम रिलेटेड, ठीक है। तो इसका आंसर की है बी। देखो जेडे बच्चे यूपीएससी की प्रैपरेशन करते हैं, पीसीएस की प्रैपरेशन करते हैं, जेडे करंट अफेयर्स के लिए, जेडे करंट अफेयर्स आपां उन्हां दे लई पढ़ते हैं उही पढ़ने आपां नायब तहसीलदार के एग्जाम के लिए, क्यों, क्योंकि सेम कमीशन है जिहड़ा पीपीएससी पीसीएस के लिए एग्जाम कंडक्ट करवाउंदा है तो सेम कमीशन नायब तहसीलदार का एग्जाम कंडक्ट करवाउंदा है। तो इत्थे जिहड़े क्वेश्चनस ने वो पीसीएस के मतलब कि पीसीएस के लैवल के ही ने, ठीक है। तो आपां नूं जिहड़े करंट अफेयर्स ने वो यूपीएससी वाले ही पढ़ने पैणगे सेम। नैक्सट मेघराज, अच्छा मेघ, वैसे मेघ का मतलब हुंदा है क्लाउड्स, है ना, क्लाउड्स बद्दल, बट हुण 2 तरह के बद्दल ने अजकल, एक तो हो गया क्लाउड, क्लाउड कंप्यूटिंग वाला क्लाउड, एक हो गया रेनफॉल वाला क्लाउड, है ना। हुण इत्थे एनालाइज रेनफॉल अक्रॉस द कंट्री नहीं है, रेनफॉल अक्रॉस द कंट्री उहदे लई आपां नूं अलग तो कुछ बनाउण दी लोड़ नहीं है, उहदा डेटा आपां वैसे ही जिहड़ा अपने अलग तो डिपार्टमेंट्स बनाए हुए है ना वो देख लेंदे आ, जिहड़े वैदर वगैरह के लिए डिपार्टमेंट्स ने। सैकेंड गलत हो गया, देखो सैकेंड गलत हो गया। जे तुहानूं पता सीगा कि मेघराज जिहड़ा वो क्लाउड कंप्यूटिंग के लिए बनाया गया तो ईजीली ये क्वेश्चन जिहड़ा वो सॉल्व हो सकता सी। ते सेम देखो इट वॉज लॉन्च्ड बाय मिनिस्ट्री ऑफ इनफॉर्मेशन एंड ब्रॉडकास्टिंग, नहीं 1 and 4 ओनली, ये भी मीटी ने ही चलाया, या तो थर्ड स्टेटमेंट रॉन्ग है या फिर फोर्थ स्टेटमेंट रॉन्ग है, दोनों कट्ठियां सही नहीं हो सकदियां, ठीक है, ये चीज़ भी देखनी है। नैक्सट क्वेश्चन, ये ईजी क्वेश्चन ने, कुछ फैक्चुअल क्वेश्चन जिहड़े आपां बेसिकली वैसे भी पढ़ते ही हैं, है ना। इंडिया हैज़ रियलाइज्ड डेवलपमेंट ऑफ ऑल टाइप्स ऑफ मिसाइल सिस्टम्स इंक्लूडिंग बैलिस्टिक, क्रूज, एंटी शिप, एयर डिफेंस, एयर टू एयर एंड एंटी मिसाइल सिस्टम्स, विच ऑफ द फॉलोइंग इज अ क्रूज मिसाइल, प्रलय, प्रलय जिहड़ी है वो क्रूज मिसाइल है। नैक्सट आदित्य L1, आदित्य L1 मिशन है जिहड़ा सन दे लई है ना, सूरज के लिए बनाया गया सी। आदित्य L1 mission of ISRO will enable a comprehensive understanding of the dynamical processes of the sun and address some of the outstanding problems in solar physics. Which instrument will help understand the composition of a solar wind and its energy distribution? अच्छा अगर तुसी वही चीज़ है, अगर तुसी यूपीएससी के जोड़े करंट अफेयर्स ने ਉਹਦੇ ਵਿੱਚ ਜਿਹੜਾ ਸਾਇੰਸ ਐਂਡ ਟੈਕ ਵਾਲਾ ਪੋਰਸ਼ਨ ਹੁੰਦਾ ਹੈ, ਹੁਣ ਦੇਖੋ ਉਹਦੇ ਵਿੱਚੋਂ ਕਾਫੀ ਸਾਰੇ ਕੁਐਸਚਨਸ ਆ ਚੁੱਕੇ ਆ। ਲਾਸਟ ਕੁਐਸਚਨ ਸੀ ਜਿਹੜਾ ਇਹ ਵੀ ਸਾਇੰਸ ਐਂਡ ਟੈਕ ਵਾਲੇ ਕੁਐਸਚਨ ਚੋਂ ਹੈ, ਠੀਕ ਹੈ। ਇਹ ਹੈ ਜਿਹੜਾ ਇਹ ਵੀ ਉਹ ਡਿਫੈਂਸ ਟੈਕਨੋਲੋਜੀ ਦਾ ਕੁਐਸਚਨ ਹੈ, ਇਹ ਸਪੇਸ ਟੈਕਨੋਲੋਜੀ ਦਾ ਕੁਐਸਚਨ ਹੈ। ਤਾਂ ਇੱਥੇ ਆਨਸਰ ਕੀ ਹੈ? ਪਾਪਾ, PAPA, ਠੀਕ ਹੈ ਜੀ। ਇਹ ਜਿਹੜਾ ਇੰਸਟਰੂਮੈਂਟ ਹੈ ਆਦਿਤਿਆ L1 ਦੇ ਲੱਗਿਆ ਹੋਇਆ, ਉਹ ਆਪਾਂ ਨੂੰ ਦੱਸੇਗਾ सोलर विंड की कंपोजिशन वगैरह तो एनर्जी डिस्ट्रीब्यूशन। नैक्सट, a few years from now LIGO India will join the networks of US, Europe and Japan LIGO Virgo Kagra gravitation wave detectors. The Indian detectors will help in enhancing which aspect of the gravitation wave detection? See, same technology ਦੇ ਵਿੱਚੋਂ क्वेश्चन है, ਇਹਦਾ ਕੀ ਹੈ? सोर्स लोकलाइजेशन। डिफेंस टैक्नोलॉजी का क्वेश्चन आ गया करंट अफेयर्स ਦੇ ਵਿੱਚੋਂ। ਹੁਣ ਇੱਕ ਚੀਜ਼ ਇੱਥੋਂ ਦੇਖੋ ਕੀ ਸਾਬਿਤ ਹੁੰਦੀ ਹੈ ਕਿ ਆਪਾਂ ਨੂੰ ਸਾਇੰਸ ਐਂਡ ਟੈਕ ਦੇ ਜਿਹੜੇ ਕਰੰਟ ਅਫੇਅਰਸ ਨੇ ਉਹ ਫੋਲੋ ਕਰਨੇ ਪੈਣਗੇ ਚੰਗੀ ਤਰ੍ਹਾਂ, ਕਿਉਂਕਿ ਉਹਦੇ ਵਿੱਚ ਦੇਖੋ ਇੰਸਟਰੂਮੈਂਟ ਪੁੱਛ ਲਿਆ ਤਾਂ ਥੋੜਾ ਡੈਪਥ ਦੇ ਵਿੱਚ ਕੁਐਸਚਨ ਹੈ।
अदरवाइज वो सीधा पूछ सकते थे कि किस एजेंसी ने बनाया या की कीता है ना, वो सारिया चीज़ां। बट इत्थे इन डेप्थ क्वेश्चन पूछे जा रहे हैं। कुछ क्वेश्चन बिल्कुल बेसिक भी ने, जिदा ये देखो आंसर की है यूनाइटेड स्टेट्स। MH-60R Seahawk belongs to which of the following country? United States. Next, अच्छा ये क्वेश्चन जेड़ा है ये कोर्ट्स नूं लैके सीगा। ई रिसोर्सिस सेंटर न्याय कौशल, ई रिसोर्स सेंटर न्याय कौशल की है? इट विल फैसिलिटेट ई फाइलिंग ऑफ केसेस इन द सुप्रीम कोर्ट, हाई कोर्ट एंड डिस्ट्रिक्ट कोर्ट्स अक्रॉस द कंट्री। ई फाइलिंग ऑफ केसेस, ई रिसोर्सिस आ गया ना, न्याय कौशल तां ई फाइलिंग ऑफ केसेस। उस तो बाद SUPACE, SUPACE, it is an artificial intelligence based portal aimed at assisting judges with legal research, ठीक है। उस तो बाद सीधा it is an artificial intelligence AI based software that can assist in the translation of judgments into regional languages। E committee की है? It aims to interlink all the courts across the country and make Indian judicial system ICT enabled, ठीक है जी। तो ये सीगे इस क्वेश्चन के आंसर्स। वैसे काफ़ी कन्फ्यूजिंग सीगा बट स्टिल अगर तुसी सारे पढ़े हुए हैं ताइयों तुसी ਇਹਦਾ आंसर देने ਦੇ ਵਿੱਚ ਸਮਰੱਥ ਹੋ। ਉਸ ਤੋਂ ਬਾਅਦ फाइंड आउट द इनकरैक्ट। ਹੁਣ इनकरैक्ट ਪੁੱਛਿਆ, ਆਪਾਂ ਪਹਿਲਾਂ ਹੀ इनकरैक्ट ਨੂੰ ਮਾਰਕ ਕਰ ਲਿਆ। ਇੱਥੇ ਕੀ ਸੀਗਾ? भूमि ਜਿਹੜਾ ਉਹ राइट आंसर है। क्यों? क्योंकि केरला नहीं है, कर्नाटका, कर्नाटका ने भूमि ਜਿਹੜਾ इनिशिएटिव है वो चलाया, ठीक है जी, लैंड रिकॉर्ड्स के लिए। नैक्सट क्वेश्चन रिगार्डिंग ई गवर्नेंस सर्वे 2022 एंड चूज द करैक्ट ऑप्शन। अच्छा एक चीज़ होर, जिदा ਜਿਹੜੇ भी इदां दे सर्वेज आउंदे आ या इंडैक्सिस आउंदे आ या रिपोर्ट्स आउंदियां ने, ਉਹਦੇ ਵਿੱਚ ਆਪਾਂ पढ़ना की हुंदा है? इंडाइसिस रिपोर्ट्स। एक तो सब तो पहला published by, फिर टॉप 3 रैंक, फिर इंडिया एंड इट्स नेबर दे रैंक, ठीक है। उस तो बाद ਉਹਦੇ इंडीकेटर्स की ने, ਕਿਹੜੀ ਚੀਜ਼ਾਂ ਨੂੰ ਮੈਜ਼ਰ ਕੀਤਾ ਜਾਂਦਾ ਹੈ, ਉਹ ਸਾਰੀਆਂ ਚੀਜ਼ਾਂ, ठीक है। ਇਹ ਚੀਜ਼ਾਂ ਆਪਾਂ ਜ਼ਰੂਰ ਪੜ੍ਹਨੀਆਂ ਨੇ। ਉਹਦਾ ਨਾਮ ਤਾਂ ਚਲੋ ਆਪਾਂ ਯਾਦ ਰੱਖਣਾ ਹੀ ਆ, ਅਦਰਵਾਈਜ਼ ਜ਼ਿਆਦਾਤਰ ਜਿਹੜਾ ਪਬਲਿਸ਼ਨ ਪੁੱਛਿਆ ਜਾਂਦਾ ਹੈ ਕਿ ਕਿਹੜਾ ਇੰਡੈਕਸ ਕੌਣ ਪਬਲਿਸ਼ ਕਰਦਾ, ਤਾਂ ਇੱਥੇ ਆਪਾਂ ਦੇਖਦੇ ਹਾਂ ਈ ਗਵਰਨੈਂਸ ਸਰਵੇ। ਦੇਖੋ ਜ਼ਿਆਦਾਤਰ ਇਹਨਾਂ ਕੁਐਸਚਨਸ ਦੇ ਵਿੱਚ, ਇਦਾਂ ਦੇ ਕੁਐਸਚਨਸ ਦੇ ਵਿੱਚ ਕੀ ਕਰ ਸਕਦੇ ਆ? ਚੇਂਜ ਕਰ ਦਿੰਦੇ, ਇੰਟਰਚੇਂਜ ਕਰ ਦਿੰਦੇ ਹੁੰਦੇ ਆ, ਠੀਕ ਹੈ, ਇੰਟਰਚੇਂਜ ਕਰ ਦਿੰਦੇ ਜਾਣਬੁੱਝ ਕੇ। ਹੁਣ ਆਪਾਂ ਥਰਡ ਸਟੇਟਮੈਂਟ ਜੇ ਆਪਾਂ ਇੱਥੇ ਦੇਖੀਏ, ਜਾਪਾਨ ਰੈਂਕਡ ਫਰਸਟ ਇਨ ਦ ਈ ਗਵਰਨੈਂਸ ਡਿਵੈਲਪਮੈਂਟ ਇੰਡੈਕਸ ਵਾਈਲ ਡੈਨਮਾਰਕ रैंकड इन ई पार्टिसिपेशन इंडैक्स। हुण जापान वैसे ई पार्टिसिपेशन ज़्यादा कर सकता है, क्यों? क्योंकि टैक्नोलॉजी ज़्यादा हाई है ना। तो जापान का रैंक 1 आना चाहिए। तो इनू आपां जे गलत मन के चलीए तो आंसर देखो अपने को की आ गया, जबकि आप थोड़ी जी कॉमन सेंस लगाई है कि जापान टैक्नोलॉजी के अगे है डेनमार्क नालों बहुत ज़्यादा, है ना। तो गवर्नमेंट डिवेलपमेंट इंडैक्स के आपां छड़ दो, कोई गल नहीं, डेनमार्क का आपको पता चाहे नहीं पता, बट जापान का तो पता है। तो ये जिहड़े ने इंटरचेंज करके स्टेटमेंट जिहड़ी है वो दिती हुई है। बाकी दी दो स्टेटमेंट्स ऑटोमैटिकली सही हो गई, सी आंसर। उस तो बाद विच ऑफ द फॉलोइंग पेंशन स्कीम इज़ आर रन बाय द पेंशन फंड रेगुलेटरी एंड डिवेलपमेंट अथॉरिटी। तो इन्हां दे विच वैसे अगर तुसी पढ़िया होया तां ही तुसी आंसर देण दे मतलब के काबिल हो इसका, अदरवाइज इसका आंसर की है? ये जिहड़ी है ये किहदे द्वारा चलाई जाती है? LIC प्लस CAC, ठीक है। प्रधानमंत्री श्रम योगी मानधन योजना जिहड़ी है वो LIC चलाउंदी है। बाकी दी जिहड़ी पेंशन स्कीम्स ने उन्होंने कौन चलाउंदा है? PFRDA। इसका आंसर की है B। देखो आंसर्स तो तुसी ऑलरेडी आंसर की दे विच देख चुके हो, ठीक है, बट मैं तुहानूं इत्थे दस्सण की आया कि आपां करंट अफेयर्स किवें करने आ, कित्थों प्रिपेयर करने आ, है ना, किन्नी डैप्थ दे विच पढ़ना है, तो क्वेश्चन नूं अटैम्प्ट करन दा तरीका की है, या आपां ना आउंदे होए भी क्वेश्चन नूं किवें टैकल कर सकते हैं, ठीक है ना, वो चीज़ है। विच ऑफ द फॉलोइंग ऑर्गेनाइजेशन हैज़ डिजाइंड एंड डिवेलप्ड इंडियाज़ फर्स्ट इंडिजीनियसली फ्लाइंग एंड ट्रेनर एयरक्राफ्ट हंसा NG। तो कौन कर सकता है? NDRC कर सकता है? नहीं,
ਜਾਂ ਇਹਨਾਂ ਤਿੰਨਾਂ ਦੇ ਵਿੱਚ ਕਰ ਸਕਦਾ, CSIR ਕਰ ਸਕਦਾ, HAL ਕਰ ਸਕਦਾ, ਹਿੰਦੁਸਤਾਨ 에ਅਰੋਨੌਟਿਕਸ ਕਿਉਂਕਿ ਕੰਮ ਹੀ ਉਹੀ ਹੈ, DRDO ਵੀ ਕਰ ਸਕਦਾ ਕਿਉਂਕਿ ਡਿਫੈਂਸ ਦਾ ਕੰਮ ਹੈ ਨਾ। ਤਾਂ ਵੈਸੇ ਆਨਸਰ ਕੀ ਹੈ, CSIR ਨੇ ਕੀਤਾ। Indo Tibetan Border Police ITBP has established its mountain warfare training center in which of the following state duty in July 2022। ਹੁਣ ਇਸ ਚੀਜ਼ ਤੋਂ ਦੇਖੋ ਕਿ ਵੈਸੇ ਕੁਝ ਕੁਐਸਚਨਸ ਨੇ ਜਿਹੜੇ ਉਹ ਕਾਫੀ ਪੁਰਾਣੇ 2017 ਦੇ ਕਰੰਟ ਅਫੇਅਰ ਦੇ ਵਿੱਚੋਂ, ਜਿਵੇਂ ਹੌਟੀਨੈਟ ਵਾਲਾ ਕੁਐਸਚਨ ਹੈ ਉਹ ਰੀਸੈਂਟਲੀ ਨਿਊਜ਼ ਦੇ ਵਿੱਚ ਨਹੀਂ ਸੀ, 2017 ਦੇ ਵਿੱਚ ਉਹ ਨਿਊਜ਼ ਦੇ ਵਿੱਚ ਸੀਗਾ ਤੇ ਉਹ ਪੁੱਛਿਆ ਗਿਆ। ਕੁਝ ਲਾਸਟ ਈਅਰ ਦੇ ਕੁਐਸਚਨਸ ਮਤਲਬ ਕਿ ਆਪਾਂ 1.5 ਸਾਲ ਦੇ ਕਰੰਟ ਅਫੇਅਰ ਦੇ ਵਿੱਚੋਂ ਆਪਾਂ ਕਾਫੀ ਕੁਐਸਚਨ ਜਿਹੜੇ ਉਹ ਐਕਸਪੈਕਟ ਕੀਤੇ ਆ। ਅਗਰ ਆਪਾਂ ਪਿਛਲੇ 1 ਸਾਲ ਦਾ ਕਰੰਟ ਅਫੇਅਰ ਵੀ ਪੜ੍ਹਿਆ ਹੁੰਦਾ ਤਾਂ ਆਪਣੇ 70 ਤੋਂ 80% ਕੁਐਸਚਨਸ ਨੇ ਜਿਹੜੇ ਉਹ ਈਜ਼ੀਲੀ ਹੋ ਜਾਣੇ ਸੀ, ਠੀਕ ਹੈ। ਬਾਕੀ ਜ਼ਿਆਦਾਤਰ ਜਿਹੜੇ ਕੁਐਸਚਨਸ ਆਏ ਆ ਉਹ ਆਇਆ ਅਕਤੂਬਰ ਨਵੰਬਰ ਦਸੰਬਰ ਤੋਂ ਬਾਅਦ, ਠੀਕ ਹੈ। ਅਕਤੂਬਰ ਨਵੰਬਰ ਦਸੰਬਰ ਵੀ ਕਵਰਡ ਹੈ ਤੇ ਉਸ ਤੋਂ ਬਾਅਦ ਜੈਨ ਫੈਬ ਮਾਰਚ ਅਪ੍ਰੈਲ ਮਈ ਉਹਦੇ ਕੁਐਸਚਨ ਜ਼ਿਆਦਾ ਆਏ ਆ। ਅੱਛਾ, ਹੁਣ ਇੱਥੇ ਆਨਸਰ ਕੀ ਹੈ, ਸਿੱਕਿਮ, ਠੀਕ ਹੈ ਜੀ, ਇਹ ਚੀਜ਼ ਹੈ। ਇਹ ਵੀ ਬੇਸਿਕ ਕੁਐਸਚਨ ਸੀਗੇ। ਤੇ ਇੰਡੀਅਨ ਐਮਬੈਸੀ ਵਿਚ ਆਫ ਦੀ ਫੋਲੋਇੰਗ ਹੈਜ਼ ਆਰਗੇਨਾਈਜ਼ਡ ਇਟਸ ਮਚ ਸੌਟ ਆਫਟਰ ਐਨੂਅਲ ਫਲੈਗਸ਼ਿਪ ਕਲਚਰਲ ਪ੍ਰੋਗਰਾਮਸ ਸਾਰੰਗ ਇਨ ਅਕਤੂਬਰ 2022। ਸੀ ਅਕਤੂਬਰ ਦਾ ਕੁਐਸਚਨ ਹੈ। ਫਿਰ ਤੋਂ ਆਨਸਰ ਕੀ ਹੈ, ਸਾਊਥ ਕੋਰੀਆ। ਵਿਦ ਰੈਫਰੈਂਸ ਟੂ ਬ੍ਰਿਕਸ, ਅੱਛਾ ਬ੍ਰਿਕਸ ਕੀ ਹੈ, ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ। ब्रिक्स इज एन एक्रोनियम 5 एमर्जिंग इकोनॉमीज, ठीक है, फर्स्ट, ठीक है, जिथे फर्स्ट नहीं, फर्स्ट सारे है। इट वॉज फॉर्मड इन 2001, देख लेने कोई गल नहीं। साउथ अफ्रीका वॉज एडिड इन 2010, देख लेने। 15th ब्रिक्स समिट विल होस्टेड बाय साउथ अफ्रीका, क्यों करंट अफेयर सी आपां नूं पता है। हुण 1 ते 4 है जिहड़े वो तां आंसर दे विच हैगे आ। हुण साउथ अफ्रीका 2010 दे विच ऐड कीता गया सी, ये भी सही है। ये जिहड़ा 2001 नहीं है, एक्चुअली 2001 ਦੇ ਵਿੱਚ ਕੀ ਕੀਤਾ ਸੀਗਾ, ਬ੍ਰਿਟਿਸ਼ ਇਕਨੋਮਿਸਟ ਜਿਮ ਓਨੀਲ ਹੈ ਜਿਹੜੇ, ਉਹਨਾਂ ਨੇ ਇੱਕ ਟਰਮ ਜਿਹੜੀ ਉਹ ਕੁਆਇਨ ਕੀਤੀ ਸੀ ਬ੍ਰਿਕ, ਜਿਹਦੇ ਵਿੱਚ ਕਿ ਉਹਨਾਂ ਨੇ 4 ਇਮਰਜਿੰਗ ਇਕਨੋਮੀਜ਼ ਨੂੰ ਲਿਆ ਸੀਗਾ ਸਾਊਥ ਅਫਰੀਕਾ ਨੂੰ ਛੱਡ ਕੇ, ਠੀਕ ਹੈ। ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਇੱਕ ਗਰੁੱਪਿੰਗ ਹੈ ਜਿਹੜੀ ਉਹ ਬਣਾਓ ਇਮਰਜਿੰਗ ਇਕਨੋਮੀਜ਼ ਦੀ, ਠੀਕ ਹੈ। ਬਟ ਜਿਹੜੀ ਫਰਸਟ ਫਾਰਮਲ ਮੀਟਿੰਗ ਹੋਈ ਹੈ ਬ੍ਰਿਕ ਦੀ, ਠੀਕ ਹੈ, ਉਹ 2006 ਦੇ ਵਿੱਚ ਹੋਈ ਸੀ। ਫਾਰਮਲੀ ਜਿਹੜੀ ਉਹ ਫਾਰਮੇਸ਼ਨ ਕਦੋਂ ਹੋਈ ਹੈ, 2006 ਦੇ ਵਿੱਚ। ਤਾਂ ਜਿਹੜੀ ਸੈਕੰਡ ਸਟੇਟਮੈਂਟ ਆ ਉਹ ਗਲਤ ਹੋ ਜਾਂਦੀ ਹੈ ਇੱਥੇ। ਹੁਣ ਜੇ ਆਪਾਂ ਨੂੰ ਇਹ ਫਾਰਮੇਸ਼ਨ ਨਹੀਂ ਪਤਾ ਸੀਗੀ, ਬ੍ਰਿਕਸ ਵੈਸੇ ਵੀ ਨਿਊਜ਼ ਦੇ ਵਿੱਚ ਰਹਿੰਦਾ ਹੈ, ਤੇ ਇੰਡੀਆ ਦੇ ਜਿਹੜੇ ਵੀ ਆਪਣੀ ਗਰੁੱਪਿੰਗਸ ਨੇ ਜਿਨ੍ਹਾਂ ਦਾ ਇੰਡੀਆ ਪਾਰਟ ਹੈ ਉਹ ਆਪਾਂ ਨੂੰ ਵੈਸੇ ਵੀ ਪੜ੍ਹਨੀਆਂ ਜ਼ਰੂਰੀ ਨੇ, ਠੀਕ ਹੈ। ਤਾਂ ਇਹ ਬਿਲਕੁਲ ਬੇਸਿਕ ਹੈ ਕਿਉਂਕਿ ਇਸ ਦੇ ਵਿੱਚ ਬ੍ਰਿਕ ਦੇਖੋ ਸਭ ਤੋਂ ਇੰਪੋਰਟੈਂਟ ਹੈ, ਠੀਕ ਹੈ ਜੀ। ਤਾਂ 2006 134 ਓਨਲੀ। ਤੇ ਇੱਕ ਹੋਰ ਚੀਜ਼ ਦੇਖੋ, ਹੁਣ ਜਿੱਦਾਂ ਇੱਕ ਹੋਰ ਸਮਿਟ ਦਾ ਵੀ ਮੈਂ ਤੁਹਾਨੂੰ ਦੱਸ ਦਿੰਦਾ। ਸਾਊਥ ਅਫਰੀਕਾ ਇਸ ਵਾਰ ਸਾਊਥ ਅਫਰੀਕਾ ਦੇ ਵਿੱਚ ਹੋਈ ਹੈ, ਅਗਲੀ ਵਾਰ ਕਿੱਥੇ ਹੋਏਗੀ, ਬ੍ਰਾਜ਼ੀਲ ਦੇ ਵਿੱਚ, ਉਸ ਤੋਂ ਬਾਅਦ ਰਸ਼ੀਆ, ਫਿਰ ਇੰਡੀਆ, ਫਿਰ ਚਾਈਨਾ, ਫਿਰ ਸਾਊਥ ਅਫਰੀਕਾ। 14th ਕਿੱਥੇ ਹੋਈ ਸੀ, ਚਾਈਨਾ ਦੇ ਵਿੱਚ, ਸੌਰੀ ਇਹ 15th ਹੈ, 14th ਕਿੱਥੇ ਹੋਈ ਸੀ, ਚਾਈਨਾ ਦੇ ਵਿੱਚ, 13th ਇੰਡੀਆ ਦੇ ਵਿੱਚ। ਤਾਂ ਬ੍ਰਿਕਸ ਜਿਵੇਂ ਨਾਮ ਚੱਲਦਾ ਉਵੇਂ ਹੀ ਇਹਨਾਂ ਦੀ ਸਮਿਟ ਚੱਲਦੀਆਂ ਨੇ, ਠੀਕ ਹੈ। ਉੱਦਾਂ ਹੀ ਹੋਸਟ ਦੀ ਵਾਰੀ ਆਉਂਦੀ ਰਹਿੰਦੀ ਹੈ, ਇਹ ਚੀਜ਼ ਵੀ ਆਪਾਂ ਧਿਆਨ 'ਚ ਰੱਖਣੀ ਹੈ। ਉਸ ਤੋਂ ਬਾਅਦ ਮੰਕੀ ਪੌਕਸ, ਅੱਛਾ ਜਿਨ੍ਹਾਂ ਨੇ UPSC ਪ੍ਰੀਲਿਮਸ ਦਿੱਤਾ ਸੀ ਜਾਂ ਉਸ ਤੋਂ ਪਹਿਲਾਂ ਕੋਈ ਹੋਰ ਮਤਲਬ ਕਿ ਤੁਸੀਂ ਕਰੰਟ ਅਫੇਅਰਸ ਪੜ੍ਹ ਰਹੇ ਹੋਵੋਗੇ, ਸਾਇੰਸ ਦਾ ਸੇਮ ਸਾਇੰਸ ਦਾ ਕੁਐਸਚਨ ਹੈ, ਠੀਕ ਹੈ, ਬਾਇਓ ਦੇ ਵਿੱਚੋਂ MIMVANEX IMVANEX। ਤਾਂ ਇਹ ਜਿਹੜੀ ਹੈ ਮੰਕੀ ਪੌਕਸ ਦੇ ਲਈ ਵੈਕਸੀਨ ਹੈ ਜਿਹੜੀ ਉਹ ਬਣਾਈ ਗਈ ਹੈ। ਉਸ ਤੋਂ ਬਾਅਦ डिजिटल पेमेंट अवेयरनेस वीक ऑर्गेनाइज्ड इन मार्च 2023, मार्च 2023 का क्वेश्चन है, रीसेंट करंट अफेयर का क्वेश्चन सीगा। मिनिस्ट्री ऑफ फाइनांस ने नहीं किया जी, ये किया RBI ने। ਤੁਹਾਨੂੰ ਜੇ ਇਹੀ ਸਟੇਟਮੈਂਟ ਇੱਕ ਪਤਾ ਹੁੰਦੀ ਤਾਂ ਤੁਸੀਂ ਕੀ ਕਰ ਸਕਦੇ ਸੀਗੇ, ਐਲੀਮੀਨੇਟ ਕਰ ਸਕਦੇ ਸੀ ਸਾਰੀ ਸਟੇਟਮੈਂਟਸ ਨੂੰ। ਅਗਰ ਬੇਸਿਕ ਦੇਖੋ ਕਰੰਟ ਅਫੇਅਰਸ ਦੇ ਕੁਐਸਚਨ ਆਪਾਂ ਨੂੰ ਲੱਗਦੇ ਆ ਕਾਫੀ ਮੁਸ਼ਕਿਲ ਨੇ, ਬਟ ਅਗਰ ਆਪਾਂ ਕਰੰਟ ਅਫੇਅਰਸ ਥੋੜਾ ਮੋਟਾ ਵੀ ਪੜ੍ਹਿਆ ਹੁੰਦਾ ਤਾਂ ਈਜ਼ੀਲੀ ਸੋਲਵ ਹੋਣ ਵਾਲੇ ਕੁਐਸਚਨ ਹੈ। Which of the following space agencies has launched Capstone satellite? NASA। इसरो ਦਾ ਤਾਂ ਲੱਗਦਾ ਹੀ ਨਹੀਂ ਹੈ, ਐਦਾਂ ਦੇ ਨਾਮ ਆਪਾਂ ਤਾਂ ਰੱਖਦੇ ਨਹੀਂ, ਆਪਾਂ ਕੀ ਰੱਖਦੇ ਹਾਂ, ਮੰਗਲਯਾਨ, ਚੰਦਰਯਾਨ, ਹੈ ਨਾ, ਇਹ ਚੀਜ਼ ਹੈ। ਉਸ ਤੋਂ ਬਾਅਦ ਅੱਛਾ ਹੁਣ ਫਿਰ ਦੇਖੋ ਇੱਥੇ ਫੈਕਟ ਦਿੱਤਾ ਹੋਇਆ ਹੈ ਨਾ। ਹੁਣ ਕਿੰਨੇ ਕੁਐਸਚਨਸ ਆਪਾਂ ਦੇਖ ਲਏ ਜਿੱਥੇ ਫੈਕਟਸ ਦਿੱਤੇ ਹੋਏ ਸੀ ਤੇ ਉਹ ਸਹੀ ਹੋਇਆ, ਇੱਕ ਵੀ ਨਹੀਂ।
ਹੁਣ ਇੱਥੇ ਸਟਿਲ ਜੇ ਮੰਨ ਲਓ ਆਪਾਂ ਨੂੰ ਨਹੀਂ ਵੀ ਆਉਂਦਾ ਤਾਂ ਵੀ ਆਪਾਂ ਫੈਕਟਰ ਨੂੰ ਰੋਂਗ ਕਰਕੇ ਚੱਲੀਏ ਤਾਂ ਫਸਟ ਆਨਸਰ ਕੀ ਹੈ ਸੀ 3 ਨਵੰਬਰ 2022 ਇਹਨਾਂ ਨੇ ਕੀ ਦਿੱਤਾ 14 ਨਵੰਬਰ 2022 ਠੀਕ ਹੈ। ਤਾਂ ਜਿਹੜੇ ਫੈਕਟਸ ਨੇ ਉਹ ਜ਼ਿਆਦਾਤਰ 90% ਆਫ ਟਾਈਮਸ ਐਗਜ਼ਾਮ ਦੇ ਵਿੱਚ ਗਲਤ ਦਿੱਤੇ ਹੁੰਦੇ ਆ, ਠੀਕ ਹੈ ਜੀ, ਇਹ ਚੀਜ਼ ਹੈ। ਤੇ ਸੈਕੰਡ ਸਟੇਟਮੈਂਟ ਜੇ ਆਪਾਂ ਦੇਖੀਏ ਇਟ ਵਾਸ ਲਾਂਚਡ ਬਾय ਡਿਪਾਰਟਮੈਂਟ ਆਫ ਕਾਮਰਸ, ਇਹ ਜੇ ਨਹੀਂ ਵੀ ਪਤਾ ਤਾਂ ਵੀ ਕੋਈ ਦਿੱਕਤ ਨਹੀਂ, ਕੁਐਸਚਨ ਆਪਣਾ ਈਜ਼ੀਲੀ ਸੋਲਵ ਹੋ ਚੁੱਕਿਆ ਫੈਕਟ ਦੇ ਨਾਲ ਹੀ। ਬਟ ਇੱਥੇ ਕਿਹੜਾ ਡਿਪਾਰਟਮੈਂਟ ਹੈ, ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰਸ। Next question, with reference to the country's first underwater transport tunnel and the corridor for metro train, which of the following statement is are correct? अच्छा ਹੁਣ ਇੱਥੇ ਦੋ ਫੈਕਟਸ ਦਿੱਤੇ ਹੋਏ ਆ, ਇੱਕ ਤਾਂ 520 ਵਾਲਾ, ਇੱਕ 40 ਮੀਟਰ ਵਾਲਾ। ਹੁਣ ਜੇ ਆਪਾਂ ਦੇਖੀਏ ਕਿ ਸੈਕਿੰਡ ਸਟੇਟਮੈਂਟ ਰੋਂਗ ਹੈ ਮੰਨ ਲਓ ਤਾਂ 1 ਐਂਡ 3 ਇਹ ਆਨਸਰ ਹੋ ਸਕਦਾ ਇੱਕ ਤਾਂ। ਜੇ ਆਪਾਂ ਮੰਨੀਏ ਕਿ ਬਈ ਸੈਕਿੰਡ ਸਟੇਟਮੈਂਟ ਜਿਹੜੀ ਹੈ ਉਹ ਸਹੀ ਹੈ, ਥਰਡ ਸਟੇਟਮੈਂਟ ਗਲਤ ਹੈ, ਹੁਣ ਇੱਥੇ 1 ਐਂਡ 2 ਇਹ ਸਹੀ ਹੋ ਸਕਦਾ। ਹੁਣ ਆਪਾਂ ਨੂੰ ਆਨਸਰ ਪਤਾ ਲੱਗ ਗਿਆ ਕਿ ਦੋਨਾਂ ਦੇ ਵਿੱਚੋਂ ਇੱਕ ਹੈ, ਠੀਕ ਹੈ ਨਾ। ਹੁਣ ਵੈਸੇ ਤਾਂ ਇੱਥੇ ਜੇ ਨਹੀਂ ਪਤਾ ਸੀਗਾ ਤਾਂ ਤੁੱਕਾ ਮਾਰਨਾ ਬਣਦਾ, ਬਟ ਆਨਸਰ ਕੀ ਹੈ 1 ਐਂਡ 2 ਓਨਲੀ। ਕਿਉਂਕਿ 40 ਮੀਟਰ ਨਹੀਂ ਹੈ 30 ਮੀਟਰ ਹੈ, ਠੀਕ ਹੈ, 30 ਮੀਟਰ ਹੈ। ਤੇ ਰੀਵਰ ਕਿਹੜੀ ਹੈ, ਹੁਗਲੀ ਰੀਵਰ ਦੇ ਉੱਤੇ ਇਹ ਬਣਾਇਆ ਗਿਆ, ਹੁਗਲੀ ਰੀਵਰ ਦੇ ਅੰਡਰ ਜਿਹੜਾ ਇਹ ਟਨਲ ਬਣਾਇਆ ਗਿਆ। ਬਾਈ ਡਿਫੀਟਿੰਗ ਸਪੋਰਟਸ ਦਾ ਕੁਐਸਚਨ ਹੈ, ਸਪੋਰਟਸ ਦਾ ਕੁਐਸਚਨ ਇੱਕ ਪੁੱਛਿਆ ਗਿਆ। ਤੇ ਇੱਕ ਹੋਰ ਚੀਜ਼ ਮੈਂ ਤੁਹਾਨੂੰ ਸਪੋਰਟਸ ਦੇ ਬਾਰੇ ਦੱਸਾਂ, ਪੰਜਾਬ ਦੇ ਵਿੱਚ ਜਾਂ ਕਿਸੇ ਵੀ ਹੋਰ ਸਟੇਟ ਦੇ ਐਗਜ਼ਾਮ ਦੇ ਵਿੱਚ ਸਪੋਰਟਸ ਦੇ ਜਿਹੜੇ ਕੁਐਸਚਨਸ ਨੇ ਨਾ ਉਹ ਜ਼ਿਆਦਾਤਰ ਕਿਹੜੀ ਸਪੋਰਟ 'ਚ ਪੁੱਛੇ ਜਾਂਦੇ ਆ, ਲੌਨ ਟੈਨਿਸ, ਬੈਡਮਿੰਟਨ। ਕਿਉਂਕਿ ਇਹਨਾਂ ਦੇ ਵਿੱਚ ਕੀ ਆਉਂਦਾ, ਮੈਨ ਸਿੰਗਲ, ਮੈਨ ਡਬਲ, ਮਿਕਸ ਡਬਲਸ, ਠੀਕ ਹੈ। ਫਿਰ ਉਹਦੇ ਵਿੱਚ ਰਨਰ ਅਪ ਜਾਂ ਫਸਟ ਮਤਲਬ ਕਿ ਫਸਟ ਪਲੇਸ 'ਤੇ ਕੌਣ ਆਇਆ ਹੈ ਨਾ, ਉਹ ਸਾਰੀਆਂ ਚੀਜ਼ਾਂ। ਤਾਂ ਸਭ ਤੋਂ ਵੱਧ ਇੱਕ ਤਾਂ ਲੌਨ ਟੈਨਿਸ 4-5 ਤਾਂ ਉਹਨਾਂ ਟੂਰਨਾਮੈਂਟ ਹੁੰਦੇ ਆ, US ਓਪਨ, ਫ੍ਰੈਂਚ ਓਪਨ, ਆਸਟ੍ਰੇਲੀਆ ਓਪਨ ਤੇ ਵਿੰਬਲਡਨ, ਇਹ 4 ਇੰਪੋਰਟੈਂਟ ਹੈ। ਕੁਛ ਜਿਹੜੇ 1-2 ਬੈਡਮਿੰਟਨ ਦੇ ਹੁੰਦੇ ਆ ਉਹ ਇੰਪੋਰਟੈਂਟ ਹੈ, ਬਾਕੀ ਜਿਹੜੇ ICC ਤੇ FIFA, ਬਸ ਦੈਟਸ ਇਟ। ਉਸ ਤੋਂ ਇਲਾਵਾ ਜੇ ਕੁਛ ਇੰਡੀਅਨ ਨੇ ਕਿਸੇ ਨੇ ਕੁਛ ਕੀਤਾ ਹੈ ਤਾਂ ਆਪਾਂ ਉਹ ਪੜ੍ਹਨਾ ਹੈ, ਠੀਕ ਹੈ ਨਾ। ਜੇ ਇੰਡੀਅਨ ਨੇ ਕਿਸੇ ਨੇ ਐਥਲੀਟ ਨੇ ਐਥਲੈਟਿਕਸ ਦੇ ਵਿੱਚ ਕੁਛ ਕੀਤਾ ਹੈ ਜਾਂ ਮੈਡਲ ਲੈ ਕੇ ਆਇਆ ਜਾਂ ਵੇਟ ਲਿਫਟਿੰਗ ਦੇ ਵਿੱਚ ਕੁਛ ਕੀਤਾ ਹੈ ਤਾਂ ਜਾਂ ਉਹਨੂੰ ਅਰਜਨ ਅਵਾਰਡ ਮਿਲਿਆ ਜਾਂ ਕੁਛ ਵੀ ਮਿਲਿਆ ਤਾਂ ਉਹ ਆਪਾਂ ਪੜ੍ਹਨਾ ਹੈ। ਅਦਰਵਾਈਜ਼ ਇੰਟਰਨੈਸ਼ਨਲੀ ਜੇ ਆਪਾਂ ਪੜ੍ਹਨੇ ਆ ਤਾਂ ਇਹ ਚਾਰੋਂ ਹੀ ਪੜ੍ਹਨੇ ਆ, ਠੀਕ ਹੈ। ਕਿਉਂਕਿ ਜ਼ਿਆਦਾ ਜੇ ਪੜ੍ਹੋਗੇ ਤਾਂ ਇੱਦਾਂ ਦਾ ਸਪੋਰਟਸ ਤਾਂ ਬਹੁਤ ਹੈ, ਕਰੰਟ ਅਫੇਅਰਸ ਵੀ ਬਹੁਤ ਹੈ, ਬਟ ਆਪਾਂ ਕਿੰਨੇ ਕੁ ਹੀ ਮਤਲਬ ਕਿ ਯਾਦ ਰੱਖ ਸਕਦੇ ਹਾਂ। ਤਾਂ ਇਸ ਕਰਕੇ ਜਿਹੜੇ ਜ਼ਿਆਦਾਤਰ ਪੁੱਛੇ ਜਾਂਦੇ ਆ ਆਪਾਂ ਉਹਨਾਂ 'ਤੇ ਹੀ ਫੋਕਸ ਕਰੀਏ। ਅੱਛਾ, ਇਹਦਾ ਆਨਸਰ ਕੀ ਹੈ, D, ਇੰਡੋਨੇਸ਼ੀਆ। ਉਸ ਤੋਂ ਬਾਅਦ ਇਹ ਕੁਐਸਚਨ ਵੀ ਆਪਾਂ ਨੂੰ ਜ਼ਿਆਦਾਤਰ ਬੱਚਿਆਂ ਨੂੰ ਨਹੀਂ ਪਤਾ ਸੀਗਾ, ਬਟ ਸਟਿਲ ਇਹਦਾ ਆਨਸਰ ਕੀ ਹੈ, B, 4321, 4321। ਅੱਛਾ, ਹੁਣ ਪਦਮ ਸ਼੍ਰੀ ਅਵਾਰਡੀਜ਼, ਇਹ ਜਨਵਰੀ ਦੇ ਕਰੰਟ ਅਫੇਅਰ ਦੇ ਵਿੱਚ ਇਹ ਜਿਹੜਾ ਕੁਐਸਚਨ ਹੈ ਉਹ ਪਾਇਆ ਗਿਆ। ਅਗਰ ਤੁਸੀਂ ਪਦਮ ਸ਼੍ਰੀ ਐਕਚੁਅਲੀ ਪਤਾ ਕੀ ਹੈ, ਰਿਪਬਲਿਕ ਡੇ ਤੇ ਜਦੋਂ ਪਦਮ ਸ਼੍ਰੀ ਅਵਾਰਡਸ ਦਿੱਤੇ ਜਾਂਦੇ ਤਾਂ ਉਹ ਕਾਫੀ ਸਾਰੇ ਨਾਮ ਹੁੰਦੇ ਆ ਤੇ ਇੰਨੇ ਜ਼ਿਆਦਾ ਨਾਮ ਜਿਹੜੇ ਯਾਦ ਰੱਖਣੇ ਉਹ ਕਾਫੀ ਮੁਸ਼ਕਿਲ ਹੋ ਜਾਂਦਾ ਹੈ, ਠੀਕ ਹੈ। ਬਟ ਫਿਰ ਵੀ ਥੋੜਾ ਬਹੁਤ ਧਿਆਨ ਜਿਹੜਾ ਉਹ ਆਪਾਂ ਮਾਰ ਲੈਣਾ ਚਾਹੀਦਾ ਆਪਾਂ ਨੂੰ। ਉਸ ਤੋਂ ਬਾਅਦ ਨੋਬਲ ਪ੍ਰਾਈਜ਼ ਵਿਨਰ ਅਕਤੂਬਰ ਦੇ ਵਿੱਚ ਜਿਹੜਾ ਹਰ ਸਾਲ ਅਕਤੂਬਰ ਦੇ ਵਿੱਚ ਨੋਬਲ ਪ੍ਰਾਈਜ਼ਸ ਦਿੱਤੇ ਜਾਂਦੇ ਆ ਤੇ ਬੜਾ ਈਜ਼ੀ ਕੁਐਸਚਨ ਸੀਗਾ, ਠੀਕ ਹੈ। ਤੇ ਫਿਜ਼ਿਕਸ ਵੀ ਆਪਾਂ ਨੂੰ ਪਤਾ ਸੀਗਾ ਕਿ ਬਈ ਕੁਆਂਟਮ ਫਿਜ਼ਿਕਸ ਨੂੰ ਲੈ ਕੇ ਦਿੱਤਾ ਗਿਆ ਸੀ, ਹੈ ਨਾ। ਤੇ ਇਹ ਜਿਹੜਾ ਨੋਬਲ ਪ੍ਰਾਈਜ਼ਸ ਜ਼ਰੂਰ ਪੜ੍ਹਦੇ ਹੁੰਦੇ ਹਰ ਸਾਲ, ਵੈਸੇ ਵੀ ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਨੋਬਲ ਪ੍ਰਾਈਜ਼ਸ ਦੇ ਕੁਐਸਚਨ ਜ਼ਰੂਰ ਪੁੱਛੇ ਜਾਂਦੇ, ਤਾਂ ਕਰਕੇ ਅਕਤੂਬਰ ਦੇ ਮੰਥ ਦੇ ਜਿਹੜੇ ਕਰੰਟ ਅਫੇਅਰਸ ਨੇ ਉਹਨਾਂ ਦੇ ਉੱਤੇ ਜ਼ਿਆਦਾ ਫੋਕਸ ਜਿਹੜਾ ਉਹ ਆਪਣਾ ਨੋਬਲ ਪ੍ਰਾਈਜ਼ਸ 'ਤੇ ਰਹਿਣਾ ਚਾਹੀਦਾ। ਅੱਛਾ, ਹੁਣ ਇੱਥੇ ਫੇਰ ਦੇਖੋ, ਫੇਰ ਤੋਂ ਵੈਸੇ ਤਾਂ ਫੈਕਟਸ ਹੀ ਗਲਤ ਹੋਣਗੇ, ਹੁਣ ਸਾਰੇ ਵੀ ਇੱਥੇ ਹੁਣ ਕਾਫੀ ਸਾਰੇ ਫੈਕਟਸ ਦਿੱਤੇ ਇਹਨਾਂ ਨੇ। ਕੰਸੀਡਰ ਦ ਫੋਲੋਇੰਗ ਸਟੇਟਮੈਂਟਸ ਰਿਗਾਰਡਿੰਗ ਮਹਿਲਾ सम्मान सेविंग सर्टिफिकेट स्कीम। द महिला सम्मान सेविंग सर्टिफिकेट स्कीम इज वन टाइम स्कीम अवेलेबल फॉर 2 years फ्रॉम अप्रैल, ठीक है, ये करंट अफेयर ਦੇ ਵਿੱਚ ਹੀ ਸੀ। द मिनिमम डिपॉजिट अंडर द स्कीम इज 1000 in multiples of rupees 100 and maximum deposit amount is 2 lakh, ठीक है।
तो ये भी आप देख लेने, कोई गल नहीं जे नहीं भी पता। वैसे ठीक है, मिनीमम 1000 है, मैक्सीमम आप 2 लाख तक करवा सकते हैं। अकाउंट होल्डर कैन विदड्रॉ अप टू 50% ऑफ द अकाउंट बैलेंस आफ्टर 1 ईयर फ्रॉम द अकाउंट ओपनिंग डेट। अच्छा हुण इत्थे 50% नहीं है तो आप इंटरस्ट रेट भी छड़ दो, आपां नूं की पता कितना देना है ना। तो वैसे 7.5% के अराउंड मिलेगा ही। क्यों? एक तो क्योंकि महिला सम्मान सेविंग सर्टिफिकेट स्कीम है तो गौरमेंट स्कीम है, तो गौरमेंट जे लोगों को कोई फायदा मिलेगा ताइयों वो जमा कराउणगे, है ना। तो ये सही है। उस तो बाद 50% वाली जी स्टेटमेंट है ये गलत है, क्योंकि 40% देखो वैसे तो किन्ने सीली जिहड़े अपना मतलब कि चेंजिस किए हुए आ, ठीक है। बट जे तुसी पढ़िया होएगा तो ईजीली हो जाऊगा। अगर थोनू पता कि बई 50 नहीं है 40 है, तो देखो थर्ड स्टेटमेंट जी वो गलत कर दो। तो हुण आंसर की है, ये भी आपां नूं पता है 1 2 एंड 4 ओनली, ठीक है। 1 ते 2 तो सही ही ने, 4 आपां नूं क्यों पता है, क्योंकि इन्ना कि इंटरस्ट तो देणगे ही गौरमेंट वाले, ठीक है। नैक्सट, कंसीडर द फॉलोइंग स्टेटमेंट रिगार्डिंग G20 अलायंस फॉर एम्पावरमेंट प्रोग्रेशन ऑफ वुमेन्स इकनॉमिक रिप्रेजेंटेशन। G20 एम्पावर इज टू एक्सेलरेट वुमेन्स लीडरशिप, ठीक है। इंसैप्शन मीटिंग मतलब फर्स्ट मीटिंग कहने भोपाल हुई सी, ते सैकेंड मीटिंग जी वो त्रिवंतरम हुई सी। तो हुण इत्थे आपां नूं थोड़ा जिहा झोड़ लगदा, मार्क कर लो। थीम ऑफ द G20 सैकेंड मीटिंग वॉज वुमेन्स एम्पावरमेंट अ विन विन फॉर इक्विटी एंड इकोनॉमी। कोई गल इहनूं छड्ड दो। अगर आप सैकेंड नूं गलत करके देखिए तो देखो आंसर अपने कोले आ गया। क्यों? क्योंकि जिहड़ी फर्स्ट मीटिंग है वो आगरा दे विच हुई सी, ठीक है। फर्स्ट मीटिंग आगरा दे विच हुई सी। वैसे भी ये जिहड़ा G20 इंडिया दे विच होया ते तां करके अपने लिए पढ़ना बहुत जरूरी सीगा। करंट अफेयर दे विच रहा ये सारा कुछ, तां करके ये तो आपां वैसे भी कर सकते हैं। जरूरी नहीं है कि इत्थे एवें एलिमीनेट करना है, इत्थे एलिमीनेट नहीं भी हुंदा, वैसे भी आपां नूं ये याद होना चाहिए सीगा, क्योंकि काफ़ी हाईलाइटेड सीगा। अच्छा, ये जिहड़े आपां अज क्वेश्चनस कीते वो सीगे करंट अफेयर के क्वेश्चन जो कि नायब तहसीलदार के एग्जाम के पूछे गए सी। इन्हां नूं लैके अगर थोड़ी कोई क्वेरी हुंदी है या कोई क्वेश्चन या कोई होर डाउट है ना किसी भी संबंधी, किसी भी चीज़ संबंधी, तो तुसीं मैनूं कमेंट बॉक्स दे विच पुछ सकदे हो। ते होर जानकारी लैण दे लई तुसीं साडे WhatsApp जिहड़े ग्रुप्स ने कम्यूनिटीज़ वो ज्वाइन कर सकदे हो। लिंक जिहड़ा वो डिस्क्रिप्शन दे विच दित्ता होया है। ते पंजाब दे बाकी सारे एग्जाम्स ने जिस दे विच के नायब तहसीलदार, फूड इंस्पैक्टर, कोऑपरेटिव इंस्पैक्टर, PSSB दे एग्जाम्स, पंजाब पुलिस दे एग्जाम्स, इन्हां दी तैयारी दे लई तुसीं साडा कोर्स भी जरूर ज्वाइन कर सकदे हो, जिस दे विच कि असी 90% डिस्काउंट जिहड़े आ वो प्रोवाइड कर रहे हैं बच्चों नूं। ते जल्दी तो जल्दी सबसक्राइब करो ते ये डिस्काउंट का लाभ उठाओ अते एग्जाम क्रैक करके नौकरियां नूं ज्वाइन करो। थैंक यू सो मच, हैव अ गुड डे।